हाँ जी, स्वागत है जी तुहाडा सारिਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ ਮਾਸਟਰ ਕੇਡਰ ਮਾਡਰਨ ਹਿਸਟਰੀ ਬੰਗਾਲ ਦੇ ਗਵਰਨਰ ਜੋ ਵੀ ਹੋਏ ਨੇ ਇਹਨਾਂ ਬਾਰੇ ਅਸੀਂ ਜੋ ਗੱਲਬਾਤ ਕਰ ਰਹੇ ਹਾਂ। ਭਾਗ 9ਵਾਂ। ਇਸ ਤੋਂ ਪਹਿਲਾਂ ਵਾਲਾ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ। ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਲੇਟੈਸਟ ਅਪਡੇਟ ਸਮੇਂ ਸਿਰ ਜਿਹੜੀ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ। ਲਾਰਡ ਕਾਰਨਵਾਲਿਸ 1786 ਤੋਂ 93। ਪਹਿਲਾ ਪੁਆਇੰਟ ਸੀਗਾ ਲਾਰਡ ਕਾਰਨਵਾਲਿਸ ਨੇ 1793 ਈਸਵੀ ਵਿੱਚ ਪ੍ਰਸਿੱਧ ਕਾਰਨਵਾਲਿਸ ਕੋਡ ਦਾ ਨਿਰਮਾਣ ਕਰਵਾਇਆ ਸੀ। ਦੂਸਰਾ, ਕੰਪਨੀ ਦੇ ਕਰਮਚਾਰੀਆਂ ਦੇ ਵਿਅਕਤੀਗਤ ਵਪਾਰ ਉੱਤੇ ਪ੍ਰਤੀਬੰਧ ਸੀ ਜਿਹੜਾ ਨੇ ਲਗਾ ਦਿੱਤਾ ਸੀਗਾ। ਤੀਸਰਾ, ਜ਼ਿਲ੍ਹੇ ਵਿੱਚ ਪੁਲਿਸ ਥਾਣੇ ਦੀ ਸਥਾਪਨਾ ਕੀਤੀ ਅਤੇ ਥਾਣੇ ਦੇ ਇੰਚਾਰਜ ਨੂੰ ਦਰੋਗਾ ਕਿਹਾ ਜਾਂਦਾ ਸੀ। ਅਗਲਾ ਪੁਆਇੰਟ ਹੈ ਪੁਆਇੰਟ ਨੰਬਰ 4। 1793 ਈਸਵੀ ਵਿੱਚ ਸਥਾਈ ਬੰਦੋਬਸਤ ਲਾਗੂ ਕੀਤਾ ਜਿਹਦੇ ਵਿੱਚ 90% ਭਾਗ ਕੰਪਨੀ ਦਾ ਅਤੇ 10% ਜ਼ਿਮੀਂਦਾਰ ਦਾ ਹੁੰਦਾ ਸੀ। ਪੰਜਵਾਂ ਪੁਆਇੰਟ ਹੈ ਸਥਾਈ ਬੰਦੋਬਸਤ ਦੀ ਯੋਜਨਾ ਜਾਨ ਸੌਰ ਨੇ ਬਣਾਈ ਸੀ। ਛੇਵਾਂ, ਕਾਰਨਵਾਲਿਸ ਨੂੰ ਸਿਵਲ ਸੇਵਾਵਾਂ ਦਾ ਪਿਤਾਮਾ ਕਿਹਾ ਜਾਂਦਾ ਹੈ ਯਾਨੀ ਕਿ ਇੰਡੀਆ ਕਾਨੂੰਨ ਬਣਾਉਣ ਦਾ ਪਿਤਾਮਾ। ਤਾਂ ਇਸ 'ਤੇ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਕਾਨੂੰਨ ਬਣਾਉਣ ਦਾ ਪਿਤਾਮਾ ਕਿਹਨੂੰ ਕਿਹਾ ਜਾਂਦਾ ਹੈ, ਤਾਂ ਕਿਹਾ ਜਾਂਦਾ ਹੈ ਲਾਰਡ ਕਾਰਨਵਾਲਿਸ ਨੂੰ। ਅੱਠਵਾਂ ਪੁਆਇੰਟ ਹੈ ਫੌਜਦਾਰੀ ਅਦਾਲਤਾਂ ਨੂੰ ਖਤਮ ਕਰਕੇ ਉਹਦੀ ਜਗ੍ਹਾ ਨਵੀਆਂ ਅਦਾਲਤਾਂ ਦੀ ਸਥਾਪਨਾ ਕੀਤੀ ਜਿਹਦੇ ਵਿੱਚ 3 ਬੰਗਾਲ ਅਤੇ 1 ਬਿਹਾਰ ਲਈ ਸੀ। ਤਾਂ ਲਾਰਡ ਕਾਰਨਵਾਲਿਸ ਨੇ ਜਿਹੜਾ ਫੌਜਦਾਰੀ ਅਦਾਲਤਾਂ ਨੂੰ ਖਤਮ ਕੀਤਾ ਸੀ, ਨਵੀਆਂ ਉਹਨਾਂ ਦੀ ਜਗ੍ਹਾ ਜਿਹੜੀਆਂ ਅਦਾਲਤਾਂ ਬਣਾਈਆਂ ਸੀ। ਅਗਲਾ ਆਉਂਦਾ ਹੈ ਸਰ ਜਾਨ ਸ਼ੋਰ 1793 ਤੋਂ 98। ਇਹਨੇ ਜੋ ਹਸਤਖੇਪ ਦੀ ਨੀਤੀ ਅਪਣਾਈ ਸੀ। ਹੋਰ ਕੋਈ ਇਸ ਬਾਰੇ ਜਾਣਕਾਰੀ ਨਹੀਂ ਹੈ ਇੰਨੀ। ਤਾਂ ਅੱਗੇ ਲਾਰਡ ਵੈਲਜ਼ਲੀ 1798 ਤੋਂ 1805। ਪਹਿਲਾ ਪੁਆਇੰਟ ਹੈ ਇਸਨੇ ਸਹਾਇਕ ਸੰਧੀ ਚਲਾਈ। ਭਾਰਤ ਵਿੱਚ ਸਹਾਇਕ ਸੰਧੀ ਦਾ ਪ੍ਰਯੋਗ ਵੈਲਜ਼ਲੀ ਤੋਂ ਪਹਿਲਾਂ ਫਰਾਂਸੀਸੀ ਗਵਰਨਰ ਡੁਪਲੇ ਨੇ ਕੀਤਾ ਸੀਗਾ। ਦੂਸਰਾ ਪੁਆਇੰਟ ਹੈ ਸਹਾਇਕ ਸੰਧੀ ਕਰਨ ਵਾਲੇ ਰਾਜ ਕਿਹੜੇ ਕਿਹੜੇ ਸੀ। ਹੈਦਰਾਬਾਦ 1798, ਮੈਸੂਰ 1799, ਤੰਜੋਰ ਇੱਥੇ ਇਹ ਵੀ 1799 ਈਸਵੀ ਵਿੱਚ, ਆਬਦ 1801, ਪੇਸ਼ਵਾ 1801। ਤਾਂ ਸੇਵ ਕਰਨ ਵੇਲੇ ਕਹੀ ਹੈ ਫੌਂਟ ਚੇਂਜ ਹੋ ਜਾਂਦੇ ਨੇ ਤਾਂ ਇੱਥੇ ਤੰਜੋਰ ਹੈ ਤੀਸਰੇ ਨੰਬਰ 'ਤੇ 1799। ਇਹ ਸਹਾਇਕ ਸੰਧੀ ਕਰਨ ਵਾਲੇ ਰਾਜ ਸੀਗੇ। ਵੈਲਜ਼ ਨੂੰ ਜੋ ਬੰਗਾਲ ਦਾ ਟਾਈਗਰ ਵੀ ਕਿਹਾ ਜਾਂਦਾ ਹੈ। ਚੌਥਾ ਪੁਆਇੰਟ ਹੈ ਇਸ ਸਮੇਂ ਟੀਪੂ ਸੁਲਤਾਨ ਚੌਥੇ ਐਂਗਲੋ ਯੁੱਧ 1799 ਦੇ ਵਿੱਚ ਮਾਰਿਆ ਗਿਆ ਸੀ। ਪੰਜਵਾਂ ਪੁਆਇੰਟ ਹੈ ਇਸਨੇ 1800 ਈਸਵੀ ਵਿੱਚ ਫੋਰਟ ਵਿਲੀਅਮ ਕਾਲਜ ਦੀ ਸਥਾਪਨਾ ਕੀਤੀ ਸੀ ਪਰ ਇਸਨੇ ਕੁਝ ਟਾਈਮ ਬਾਅਦ ਆਪ ਹੀ ਇਸ ਕਾਲਜ ਨੂੰ ਬੰਦ ਕਰ ਦਿੱਤਾ ਸੀਗਾ। ਛੇਵਾਂ ਪੁਆਇੰਟ ਹੈ ਲਾਰਡ ਕਾਰਨਵਾਲਿਸ 1805 ਵਿੱਚ ਦੂਸਰਾ ਕਾਰਜਕਾਲ ਸਟਾਰਟ ਹੋ ਗਿਆ ਸੀਗਾ ਪਰੰਤੂ ਜਲਦੀ ਹੀ ਜਿਹੜੀ ਇਹਦੀ ਮੌਤ ਹੋ ਗਈ ਸੀ। ਅੱਗੇ ਆਉਂਦਾ ਲਾਰਡ ਮਿੰਟੋ ਪਹਿਲਾ 1807 ਤੋਂ 1813। ਪਹਿਲਾ ਪੁਆਇੰਟ ਹੈ ਇਸ ਦੇ ਸ਼ਾਸਨ ਵਿੱਚ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ 28 ਅਪ੍ਰੈਲ 1809 ਈਸਵੀ ਨੂੰ ਅੰਮ੍ਰਿਤਸਰ ਦੀ ਸੰਧੀ ਚਾਰਲਸ ਮੈਟਕਫ ਦੇ ਦੁਆਰਾ ਕਰਵਾਈ ਗਈ ਸੀ। ਤਾਂ ਪ੍ਰਸ਼ਨ ਬਣਦਾ ਹੈਗਾ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਸੀ ਅਤੇ ਕਿਹਨਾਂ ਵਿਚਕਾਰ ਹੋਈ ਸੀ। ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ 28 ਅਪ੍ਰੈਲ 1809 ਟਾਈਮਿੰਗ ਸੀ। ਕਿਹਦੇ ਦੁਆਰਾ ਕਰਵਾਈ ਗਈ ਸੀ? ਚਾਰਲਸ ਮੈਟਕਫ ਦੇ ਦੁਆਰਾ। ਸੈਕੰਡ ਪੁਆਇੰਟ ਹੈ ਇਹਦੇ ਸਮੇਂ ਸੀ ਜਿਹੜਾ ਚਾਰਟਰ ਐਕਟ ਸੀਗਾ 1813 ਪਾਸ ਹੋਇਆ ਸੀਗਾ। ਅਗਲਾ ਹੁੰਦਾ ਲਾਰਡ ਹੇਸਟਿੰਗਸ 1813 ਤੋਂ 1823। ਇਸ ਸਮੇਂ ਐਂਗਲੋ ਨੇਪਾਲ ਯੁੱਧ 1814-16 ਹੋਇਆ ਸੀਗਾ ਅਤੇ ਇਹ ਮੰਗੋਲ ਦੀ ਸੰਧੀ ਨਾਲ ਖਤਮ ਹੋਇਆ ਸੀ ਜੋ 1816 ਦੇ ਵਿੱਚ ਹੋਈ ਸੀ। ਸੈਕੰਡ ਪੁਆਇੰਟ ਹੈ ਇਸ ਸਮੇਂ ਪਿੰਡਾਰੀਆਂ ਦਾ ਦਮਨ ਕੀਤਾ ਗਿਆ ਸੀਗਾ
ਤੀਸਰਾ ਹੈ ਇਸਨੇ ਮਰਾਠਿਆਂ ਦੀ ਸ਼ਕਤੀ ਨੂੰ ਅੰਤਿਮ ਰੂਪ ਵਿੱਚ ਨਸ਼ਟ ਕਰ ਦਿੱਤਾ ਸੀ। ਚੌਥਾ ਪੁਆਇੰਟ ਹੈ ਇਸਨੇ ਪ੍ਰੈਸ ਉੱਤੇ ਲੱਗੇ ਪ੍ਰਤੀਬਿੰਬ ਸੀ ਜਿਹੜੇ ਉਹ ਸਮਾਪਤ ਕਰਕੇ ਪ੍ਰੈਸ ਦੇ ਮਾਰਗਦਰਸ਼ਨ ਲਈ ਨਵੇਂ ਨਿਯਮ ਬਣਾਏ ਸੀ। ਤਾਂ ਇਹ ਲਾਰਡ ਹੇਸਟਿੰਗ ਸੀਗਾ। ਇਹਦੇ ਸਮੇਂ ਕੁਝ ਜ਼ਰੂਰੀ ਗੱਲਾਂ ਸੀ। ਅੱਗੇ ਉਹਨਾਂ ਨੇ ਭਾਰਤ ਦੇ ਗਵਰਨਰ ਜਨਰਲ, ਪਹਿਲਾ ਸੀਗਾ ਲਾਰਡ ਵਿਲੀਅਮ ਬੈਂਟਿਕ 1828 ਤੋਂ 1835। ਪਹਿਲਾ ਪੁਆਇੰਟ ਹੈ 1803 ਵਿੱਚ ਇਹ ਮਦਰਾਸ ਦਾ ਗਵਰਨਰ ਸੀਗਾ। 1833 ਈਸਵੀ ਦੇ ਚਾਰਟਰ ਐਕਟ ਤਹਿਤ ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਸੀਗਾ, ਜਿਵੇਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਵਿੱਚ ਵੀ ਦੱਸਿਆ ਸੀਗਾ। ਤੀਸਰਾ ਪੁਆਇੰਟ ਹੈ ਭਾਰਤ ਦਾ ਪਹਿਲਾ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਬਣਿਆ ਸੀ। ਚੌਥਾ ਪੁਆਇੰਟ ਹੈ ਸਤੀ ਪ੍ਰਥਾ ਦਾ ਅੰਤ। ਰਾਜਾ ਰਾਮ ਮੋਹਨ ਰਾਏ ਦੇ ਸਹਿਯੋਗ ਨਾਲ ਬੈਂਟਿਕ ਨੇ 1829 ਵਿੱਚ ਸਤੀ ਪ੍ਰਥਾ ਨੂੰ ਸਮਾਪਤ ਕਰ ਦਿੱਤਾ ਸੀ। ਠੱਗ ਪ੍ਰਥਾ ਸੀ ਤਾਂ ਉਸ ਸਮੇਂ ਠੱਗ ਪ੍ਰਥਾ 'ਤੇ ਰੋਕ ਬੈਂਟਿਕ ਨੇ ਕਰਨਲ ਸਲੀਮਾਨ ਦੀ ਸਹਾਇਤਾ ਨਾਲ 1830 ਵਿੱਚ ਠੱਗ ਪ੍ਰਥਾ ਨੂੰ ਵੀ ਜਿਹੜਾ ਉਹ ਖ਼ਤਮ ਕਰ ਦਿੱਤਾ ਸੀਗਾ। ਛੇਵਾਂ ਪੁਆਇੰਟ ਹੈ 1835 ਵਿੱਚ ਬੈਂਟਿਕ ਨੇ ਕਲਕੱਤਾ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਸੀ। ਸੱਤਵਾਂ ਪੁਆਇੰਟ ਹੈ ਇਸਨੇ ਸ਼ਿਸ਼ੂ ਬਾਲਿਕਾ ਦੀ ਹੱਤਿਆ ਉੱਤੇ ਵੀ ਪ੍ਰਤੀਬੰਧ ਜਿਹੜਾ ਲਗਾ ਦਿੱਤਾ ਸੀਗਾ। ਅੱਗੇ ਆਉਂਦਾ ਚਾਰਲਸ ਮੈਟਕਾਫ 1835 ਤੋਂ 1836। ਇਸਨੇ ਆਪਣੇ ਕਾਰਜਕਾਲ ਸਮੇਂ ਪ੍ਰੈਸ ਉੱਤੋਂ ਨਿਯੰਤਰਣ ਹਟਾਇਆ ਸੀ। ਸੈਕੰਡ ਪੁਆਇੰਟ ਹੈ ਇਸ ਲਈ ਇਸ ਨੂੰ ਭਾਰਤ ਪ੍ਰੈਸ ਦਾ ਮੁਕਤੀਦਾਤਾ ਕਿਹਾ ਜਾਂਦਾ ਹੈ। ਤਾਂ ਇਸ 'ਤੇ ਪ੍ਰਸ਼ਨ ਬਣਦਾ ਹੈ, ਬਿਲਕੁਲ ਸਾਹਮਣੇ ਪਿਆ ਹੈ। ਭਾਰਤ ਪ੍ਰੈਸ ਦਾ ਮੁਕਤੀਦਾਤਾ ਕਿਸ ਨੂੰ ਕਿਹਾ ਜਾਂਦਾ ਹੈ? ਚਾਰਲਸ ਮੈਟਕਾਫ ਨੂੰ। ਅਗਲਾ ਆਉਂਦਾ ਹੈ ਲਾਰਡ ਆਕਲੈਂਡ 1836 ਤੋਂ 42। ਇਸ ਸਮੇਂ ਹੈ ਜੋ ਪਹਿਲਾ ਐਂਗਲੋ ਅਫਗਾਨ ਯੁੱਧ ਹੋਇਆ ਸੀਗਾ। ਸੈਕੰਡ ਪੁਆਇੰਟ ਹੈ 1839 ਈਸਵੀ ਵਿੱਚ ਇਸਨੇ ਕਲਕੱਤਾ ਤੋਂ ਦਿੱਲੀ ਤੱਕ ਗ੍ਰੈਂਡ ਟਰੰਕ ਰੋਡ ਦੀ ਮੁਰੰਮਤ ਕਰਵਾਈ ਸੀ, ਜਿਹਨੂੰ ਸ਼ੇਰਸ਼ਾਹ ਸੂਰੀ ਨੇ ਬਣਵਾਇਆ ਸੀ, ਅਤੇ ਭਾਰਤੀ ਵਿਦਿਆਰਥੀਆਂ ਨੂੰ ਡਾਕਟਰੀ ਦੀ ਸਿੱਖਿਆ ਲਈ ਬ੍ਰਿਟਿਸ਼ ਸੰਸਦ ਨੂੰ ਵਿਦੇਸ਼ ਜਾਣ ਦੀ ਆਗਿਆ ਦਿੱਤੀ ਸੀਗੀ। ਤਾਂ ਅਗਲਾ ਆਉਂਦਾ ਹੈ ਲਾਰਡ ਐਲਨਬਰੋ 1842 ਤੋਂ 1844। ਪਹਿਲਾ ਪੁਆਇੰਟ ਸੀ ਇਸ ਸਮੇਂ ਜੋ ਪਹਿਲਾ ਐਂਗਲੋ ਅਫਗਾਨ ਯੁੱਧ ਸਮਾਪਤ ਹੋਇਆ ਸੀ। ਦਾਸਪ੍ਰਥਾ ਦਾ ਅੰਤ ਸੀ ਜਿਹੜਾ 1843 ਦੇ ਵਿੱਚ ਹੋਇਆ ਸੀ, ਯਾਨੀ ਕਿ ਇਹਦੀ ਟਾਈਮ ਦੇ ਵਿੱਚ ਹੋਇਆ ਸੀ। ਸਿੰਧ ਨੂੰ ਐਸੀ ਜਿਹੜਾ ਸਿੰਧ ਰਾਜ ਸੀਗਾ ਅਗਸਤ 1843 ਈਸਵੀ ਵਿੱਚ ਹੈ ਜੋ ਪੂਰਨ ਰੂਪ ਵਿੱਚ ਬ੍ਰਿਟਿਸ਼ ਸਾਮਰਾਜ ਵਿੱਚ ਮਿਲਾ ਲਿਆ ਸੀਗਾ। ਜ਼ਰੂਰੀ ਗੱਲ ਹੈ ਜੋ ਐਤਵਾਰ ਦੀ ਛੁੱਟੀ ਦੀ ਸ਼ੁਰੂਆਤ ਸੀ ਉਹ 1843 ਵਿੱਚ ਹੋਈ ਸੀ। ਇਹ ਗੱਲ ਬਹੁਤ ਘੱਟ ਜਾਣਦੇ ਹੋਣਗੇ। ਐਤਵਾਰ ਦੀ ਜਿਹੜੀ ਛੁੱਟੀ ਦੀ ਸ਼ੁਰੂਆਤ ਹੈ ਉਹ 1843 ਦੇ ਵਿੱਚ ਹੋਈ ਸੀ, ਲਾਰਡ ਐਲਨਬਰੋ ਦੇ ਸ਼ਾਸਨਕਾਲ ਦੇ ਵਿੱਚ। ਅੱਗੇ ਆਉਂਦਾ ਲਾਰਡ ਹਾਰਡਿੰਗ 1844 ਤੋਂ 1848। ਪਹਿਲਾ ਪੁਆਇੰਟ ਆ ਪਹਿਲਾ ਐਂਗਲੋ ਸਿੱਖ ਯੁੱਧ 1845-46 ਜਿਹਦੇ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਸੀ। ਦੂਸਰਾ ਹੈ ਜੇ ਇਹਨੇ ਨਾਰਵਲੀ ਉੱਤੇ ਪ੍ਰਤੀਬੰਧ ਲਗਾਇਆ ਸੀਗਾ ਲਾਰਡ ਹਾਰਡਿੰਗ ਨੇ। ਅੱਗੇ ਆਉਂਦਾ ਹੈ ਲਾਰਡ ਡਲਹੌਜੀ 1848 ਤੋਂ 1856। ਦੂਸਰਾ ਐਂਗਲੋ ਸਿੱਖ ਯੁੱਧ ਇਸ ਸਮੇਂ ਹੋਇਆ ਸੀਗਾ 1848-49 ਦੇ ਵਿੱਚ। ਪੰਜਾਬ ਨੂੰ ਅੰਗਰੇਜ਼ੀ ਸ਼ਾਸਨ ਵਿੱਚ ਮਿਲਾਇਆ ਗਿਆ ਸੀ 1849 ਦੇ ਵਿੱਚ। ਕੋਹਿਨੂਰ ਹੀਰਾ ਮਹਾਰਾਣੀ ਵਿਕਟੋਰੀਆ ਨੂੰ ਭੇਜ ਦਿੱਤਾ ਗਿਆ ਸੀ। 1852 ਵਿੱਚ ਇੱਕ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ ਜਿਹਦਾ ਉਦੇਸ਼ ਭੂਮੀ ਕਰ ਰਹਿਤ ਜ਼ਗੀਰਾਂ ਦਾ ਪਤਾ ਕਰਕੇ ਉਹਨਾਂ ਨੂੰ ਖੋਹਣਾ ਸੀ, ਉਹਨਾਂ 'ਤੇ ਕਬਜ਼ਾ ਕਰਨਾ ਸੀ। ਅੱਗੇ ਜੋ ਇਹਦੀ ਨੀਤੀ ਮਸ਼ਹੂਰ ਸੀ ਉਹ ਸੀ ਲੈਂਪਸ ਦੀ ਨੀਤੀ। ਇਹ ਕਿੱਥੇ ਲਾਗੂ ਹੋਈ ਸੀ? 1849 ਦੇ ਵਿੱਚ, ਸੰਬਲਪੁਰ 1849 ਦੇ ਵਿੱਚ, ਉਦੈਪੁਰ 1852 ਵਿੱਚ, ਝਾਂਸੀ 1853 ਵਿੱਚ, ਨਾਗਪੁਰ 1854 ਦੇ ਵਿੱਚ। ਸੋ ਦੋਸਤੋ ਅਗਲੇ ਪਾਰਟ ਵਿੱਚ ਅਸੀਂ ਅਗਲੇ ਗਵਰਨਰ ਜਨਰਲ
ਉਹਨਾਂ ਦੇ ਕੰਮਾਂ, ਉਹਨਾਂ ਦੇ ਕਿਹੜੇ ਕੰਮ ਸੀਗੇ, ਕੀ ਕੁਝ ਹੋਇਆ ਸੀ ਉਹਨਾਂ ਦੇ ਸ਼ਾਸਨ ਦੇ ਦੌਰਾਨ, ਕੰਟੀਨਿਊ ਜਾਰੀ ਰਹੇਗਾ। ਇਸ ਤੋਂ ਬਾਅਦ ਹੈ ਜੋ ਭਾਰਤ ਦੇ ਵਾਇਸਰਾਏ ਅਤੇ ਕੁਝ ਪੁਆਇੰਟ ਲਾਰਡ ਡਲਹੌਜੀ ਦੇ ਹੋਣਗੇ, ਜੋ ਅਸੀਂ ਕੱਲ੍ਹ ਨੂੰ ਤੁਹਾਨੂੰ ਅਗਲੇ ਭਾਗ ਵਿੱਚ ਪ੍ਰੋਵਾਈਡ ਕਰ ਦਾਂਗੇ। ਸੋ ਜੋ ਵੀ ਨੋਟਸ ਲੈਣ ਕਰਨੀ ਉਹ ਰਹਿ ਗਏ ਨੇ SST ਹਿਸਟਰੀ ਦਾ ਅਸੀਂ ਨੰਬਰ ਮੈਂਸ਼ਨ ਕੀਤਾ ਹੋਇਆ ਹੈ, ਅਤੇ ਤੁਸੀਂ ਆਪਣਾ ਨੰਬਰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਮੈਂਸ਼ਨ ਕਰ ਸਕਦੇ ਹੋ। ਸੋ ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ।